ਜੇ 10 ਮੈਰੀਟੋਰੀਅਸ ਸਕੂਲਸ ਆਲਰੇਡੀ ਪੰਜਾਬ ਵਿੱਚ ਬਹੁਤ ਹੀ ਅੱਛੇ ਤਰੀਕੇ ਨਾਲ ਚੰਗੇ ਢੰਗ ਨਾਲ ਚਲਾਏ ਜਾ ਰਹੇ ਸਨ ਤਾਂ ਫਿਰ ਸਕੂਲ ਆਫ ਐਮੀਨੈਂਸ ਦੀ ਲੋੜ ਪਈ ਕਿਉਂ? ਕੀ ਹੈ ਬਿਹਤਰੀ ਸਟਾਫ ਤੇ ਬਿਹਤਰੀ ਜਿਹੜੀ ਫੈਸਿਲਿਟੀਜ਼ ਹੈ ਸਕੂਲ ਦੇ ਵਿੱਚ ਉਹ ਕੀ ਹੈ ਜੀ? ਬਹੁਤ ਸਾਰੇ ਟੀਚਰਸ ਡਾਕਟਰੇਟ ਨੇ, ਬਹੁਤ ਸਾਰੇ ਟੀਚਰਸ ਐਮਫਿਲ ਨੇ, ਬਹੁਤ ਸਾਰੇ ਟੀਚਰਸ ਡਬਲ UGC ਕੁਆਲੀਫਾਈਡ ਨੇ ਔਰ ਇਹ ਕੋਈ ਛੋਟੀਆਂ ਡਿਗਰੀਜ਼ ਨਹੀਂ ਹੈ। ਆਪਾਂ ਸਿਰਫ ਬੱਚਿਆਂ ਨੂੰ ਥਿਓਰੈਟੀਕਲ ਪੜ੍ਹਾ ਕੇ ਜਾਂ ਰਟਾ ਕੇ ਅੱਗੇ ਨਹੀਂ ਲੈ ਜਾਣਾ। ਜਿਹੜਾ ਬੱਚਾ ਪੰਜਾਬੀ ਮੀਡੀਅਮ 'ਚ ਪੜ੍ਹ ਕੇ ਆਉਂਦਾ ਹੈ ਔਰ ਸਾਡੇ ਕੋਲ ਆ ਕੇ ਇੰਗਲਿਸ਼ ਮੀਡੀਅਮ 'ਚ ਪੜ੍ਹਦਾ ਹੈ, ਫਿਰ ਬੱਚਾ ਨਾ ਸਿਰਫ ਪੰਜਾਬ ਬੋਰਡ ਦੀ ਪ੍ਰੀਖਿਆਵਾਂ 'ਚ ਬਹੁਤ ਵਧੀਆ ਅੰਕ ਲੈ ਕੇ ਅੱਗੇ ਵੱਧਦਾ ਹੈ, ਰੈਦਰ ਕੰਪੀਟੀਟਿਵ ਐਗਜ਼ਾਮ ਜਿਹੜੇ ਪਿਓਰਲੀ ਇੰਗਲਿਸ਼ ਵਿੱਚ ਹੁੰਦੇ ਉਹਨਾਂ ਨੂੰ ਵੀ ਕਲੀਅਰ ਕਰਦਾ ਹੈ। 117 ਸਕੂਲ ਆਫ ਐਮੀਨੈਂਸ ਖੁੱਲ੍ਹ ਗਏ ਅੱਗੇ ਤੇ ਜਿਹੜੇ ਪੰਜਾਬ 'ਚ ਕਿਤੇ ਜਿਹੜੇ ਮੈਰੀਟੋਰੀਅਸ ਸਕੂਲ ਖੁੱਲ੍ਹੇ ਨੇ 10 ਜਾਂ ਡੰਪ ਹੋ ਜਾਣਗੇ ਜਾਂ ਖੰਡਰ ਬਣ ਜਾਣਗੇ। ਜੇ ਗਵਰਨਮੈਂਟ ਐਮੀਨੈਂਸ ਖੋਲ੍ਹਦੀ, ਆਪਾਂ ਇਹ ਨਹੀਂ ਕਹਿੰਦੇ ਕਿ ਗਵਰਨਮੈਂਟ ਨੇ ਇਹ ਪ੍ਰੋਜੈਕਟ ਕਿਉਂ ਖੋਲ੍ਹਤਾ। ਇੱਕ ਪ੍ਰੋਜੈਕਟ ਦੇ ਹੁੰਦੇ ਜੇ ਤੁਸੀਂ ਉਹਨੂੰ ਇਗਨੋਰ ਕਰਕੇ ਦੂਜਾ ਪ੍ਰੋਜੈਕਟ ਖੋਲੋਗੇ ਉਹ ਵੀ ਸੇਮ ਲਾਈਨਾਂ ਦੇ ਉੱਤੇ, ਸੇਮ ਸਟ੍ਰੀਮ ਲਾਈਨਿੰਗ ਦੇ ਉੱਤੇ, ਸੇਮ ਤਰਜ਼ਾਂ ਦੇ ਉੱਤੇ, ਤਾਂ ਉਹਨੂੰ ਮੈਂ ਬਹੁਤ ਵਧੀਆ ਨਹੀਂ ਮੰਨਾਂਗੀ। ਆਪ ਸਰਕਾਰ ਜਿਹੜੀ ਕਿ ਬਹੁਤ ਦੁਹਾਈਆਂ ਦੇ ਰਹੀ ਹੈ ਇਸ ਟਾਈਮ ਜੀ ਆਪਾਂ ਸਿੱਖਿਆ ਦੇ ਪੱਧਰ ਨੂੰ ਇੱਥੇ ਤੋਂ ਉੱਥੇ ਲੈ ਜਾਵਾਂਗੇ, ਪਹਿਲੇ ਤਾਂ ਉਹਨਾਂ ਨੂੰ ਆਪਣੀ ਸੋਚ ਨੂੰ ਵੱਡਾ ਕਰਨ ਦੀ ਲੋੜ ਹੈ। ਕਿਆ ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ ਦਾ ਪੈਸਾ ਆਪਾਂ ਇੱਕ ਜਗ੍ਹਾ ਤੋਂ ਚੱਕ ਕੇ ਸਿਰਫ ਦੂਜੀ ਜਗ੍ਹਾ ਦੇ ਵਿੱਚ ਲਾਤਾ? ਜਦੋਂ ਮਨੀਸ਼ ਸਿਸੋਦੀਆ ਜੀ ਐਜੂਕੇਸ਼ਨ ਮਿਨਿਸਟਰ ਆਏ ਸੀ, ਮੈਰੀਟੋਰੀਅਸ ਸਕੂਲਾਂ ਦਾ ਮੁਆਇਨਾ ਕੀਤਾ ਸੀ ਤਾਂ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਇੱਥੇ ਥੋੜੀ ਬਹੁਤੀਆਂ ਕਮੀਆਂ ਨੇ। ਇਹ ਉਹਨਾਂ ਦੀ ਆਪ ਦੀ ਵਰਡਿੰਗ ਹੈ। ਇਹ ਸਕੂਲ ਆਫ ਐਮੀਨੈਂਸ ਤੋਂ ਕਿਤੇ ਘੱਟ ਨਹੀਂ ਹੈ। ਜੇ ਇਹ ਗੱਲ ਤੁਸੀਂ ਆਪ ਕਹਿੰਦੇ ਹੋ ਤਾਂ ਤੁਸੀਂ ਆਪ ਅੱਜ ਨੂੰ ਸਾਨੂੰ ਉਹਨਾਂ ਸਕੂਲਾਂ ਤੋਂ ਬਾਹਰ ਕਿਵੇਂ ਰੱਖ ਸਕਦੇ ਹੋ? ਜਿਹੜੇ ਸਾਡੇ ਮੰਤਰੀ ਸਾਹਿਬ ਅੱਜ ਇਹ ਗੱਲ ਕਹਿੰਦੇ ਨੇ ਕਿ ਜੇ ਆਪਾਂ ਸਕੂਲ ਆਫ ਐਮੀਨੈਂਸ ਪੂਰਾ ਗਰੀਬ ਬੱਚਿਆਂ ਲਈ ਖੋਲ੍ਹੇ ਨੇ, ਗਰੀਬ ਬੱਚਿਆਂ ਲਈ ਖੋਲ੍ਹੇ ਨੇ, ਕਿ ਜਾ ਕੇ ਪਹਿਲੇ ਇਹਨਾਂ ਸਕੂਲਾਂ ਦਾ ਮੁਆਇਨਾ ਕਰੋ। ਮੈਰੀਟੋਰੀਅਸ ਸਕੂਲ ਵੀ ਪੂਰਾ ਗਰੀਬ ਬੱਚਿਆਂ ਲਈ ਖੋਲ੍ਹੇ ਗਏ ਨੇ। ਉੱਥੇ ਵੀ ਕਿਸਾਨਾਂ ਦੇ ਬੱਚੇ ਆਉਂਦੇ ਨੇ, ਉੱਥੇ ਵੀ ਲੇਬਰ ਕਲਾਸ ਦੇ ਹੀ ਬੱਚੇ ਆਉਂਦੇ ਨੇ। ਜਦ ਉੱਥੇ ਵੀ ਇੱਕ ਗਰੀਬ ਬੱਚਾ ਪੜ੍ਹਾਈ ਕਰ ਰਿਹਾ, ਤੁਹਾਡੇ ਸਕੂਲ ਆਫ ਐਮੀਨੈਂਸ ਵਿੱਚ ਵੀ ਗਰੀਬ ਬੱਚੇ ਹੀ ਪੜ੍ਹਨ ਲੱਗੇ ਹਨ, ਤਾਂ ਮੈਨੂੰ ਫਰਕ ਦੱਸ ਦਿਓ, ਫਰਕ ਹੈ ਕਿੱਥੇ? ਪੰਜਾਬ ਸਰਕਾਰ ਨੇ ਅੱਜ ਅੰਮ੍ਰਿਤਸਰ ਵਿਖੇ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕੀਤਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ, ਤੇ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਵੀ ਹਾਜ਼ਰ ਸਨ। ਪਰ ਸਵਾਲ ਖੜੇ ਹੋ ਰਹੇ ਨੇ ਕਿ ਰੰਗ ਰੂਪ ਹੀ ਦਿੱਤਾ ਜਾ ਰਿਹਾ ਹੈਗਾ ਕਿ ਜਾਂ ਕੁਝ ਅਸਲੀਅਤ ਵੀ ਆ, ਕਿਉਂਕਿ ਅੱਜ ਉਹ ਟੀਚਰ ਸਰਕਾਰ ਤੋਂ ਇਸ ਗੱਲ ਤੋਂ ਖਫਾ ਨੇ ਕਿ ਜਦ ਪੰਜਾਬ ਦੇ ਅੰਦਰ ਪਹਿਲਾਂ ਹੀ 10 ਜਿਹੜੇ ਬਿਹਤਰੀਨ ਮੈਰੀਟੋਰੀਅਸ ਸਕੂਲ ਚੱਲਦੇ ਸੀ ਜਿੱਥੇ 90% ਜਿਹੜਾ ਉਹ ਸਟਾਫ ਆ ਜਿਹੜੇ ਐਮਫਿਲ ਨੇ, ਟ੍ਰਿਪਲ MA ਨੇ ਤੇ PhD ਵੀ ਨੇ, ਤੇ ਨਾਲ 2 ਦਫਾ UGC ਕਲੀਅਰ ਕੀਤੀ ਹੋਈ ਆ। ਤੇ ਇਹਨਾਂ ਸਕੂਲਾਂ 'ਚ ਜਦੋਂ ਦੇ ਸ਼ੁਰੂ ਹੋਏ ਨੇ, ਇਹਨਾਂ ਸਕੂਲਾਂ 'ਚੋਂ ਪੜ੍ਹਨ ਵਾਲੇ ਜਿਹੜੇ ਬੱਚੇ ਨੇ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੇ JEE ਐਡਵਾਂਸ, ਮੇਨ, ਨੀਟ ਕਲੀਅਰ ਕੀਤੇ ਹੈਗੇ ਨੇ। ਤੇ ਕੀ ਇਹਨਾਂ ਸਕੂਲਾਂ ਨੂੰ ਨਜ਼ਰਅੰਦਾਜ਼ ਕਰਕੇ ਸਕੂਲ ਆਫ ਐਮੀਨੈਂਸ ਖੋਲ੍ਹਣਾ ਜ਼ਰੂਰੀ ਸੀ? ਤੇ ਪੰਜਾਬ ਦੇ ਉਹਨਾਂ ਸਕੂਲਾਂ ਵਿੱਚ ਪੜ੍ਹਾਉਣ ਵਾਲੀ ਜਿਹੜੇ ਟੀਚਰ, ਉਹਨਾਂ ਨੇ ਇੱਕ ਜਥੇਬੰਦੀ ਬਣਾਈ ਆ ਮੈਰੀਟੋਰੀਅਸ ਟੀਚਰ ਯੂਨੀਅਨ, ਤੇ ਉਹਨਾਂ ਦੇ ਨੁਮਾਇੰਦੇ ਨੇ ਡਾਕਟਰ ਟੀਨਾ ਸਾਡੇ ਨਾਲ ਨੇ। ਉਹਨਾਂ ਦੇ ਨਾਲ ਗੱਲਬਾਤ ਕਰਦੇ ਕਿ ਖੁਸ਼ੀ ਦੇ ਮੌਕੇ ਰੋਸਾ ਕਿਉਂ। ਡਾਕਟਰ ਸਾਹਿਬ, ਵੈਸੇ ਤਾਂ ਵੱਡੀ ਗੱਲ ਹੈ ਕਿ ਜੇ ਸਕੂਲ ਆਫ ਐਮੀਨੈਂਸ ਵੀ ਖੁੱਲ੍ਹ ਜਾਂਦੇ ਨੇ, ਪਰ ਤੁਹਾਡਾ ਤਰਕ ਕੀ ਹੈ ਕਿ ਕਿਉਂ ਨਹੀਂ ਖੁੱਲ੍ਹਣੇ ਚਾਹੀਦੇ, ਜਾਂ ਖੁੱਲ੍ਹਣੇ ਚਾਹੀਦੇ ਸੀ ਕਿ ਜਾਂ ਜਿੱਥੇ ਤੁਸੀਂ ਪੜ੍ਹਾ ਰਹੇ ਹੋ ਉਹਨਾਂ ਨੂੰ ਅਡੋਪਟ ਕਰ ਲੈਣਾ ਚਾਹੀਦਾ ਸਰਕਾਰ ਨੂੰ? ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ। ਦੇਖੋ, ਜਦੋਂ ਵੀ ਕੋਈ ਪ੍ਰੋਜੈਕਟ ਖੋਲ੍ਹਿਆ ਜਾਂਦਾ ਹੈ, ਨੋ ਡਾਊਟ ਉਹਦੇ ਵਿੱਚ ਖੁਸ਼ੀ ਜ਼ਾਹਿਰ ਹੋਣੀ ਬਣਦੀ ਹੈ ਜੀ, ਪਰ ਸਾਡਾ ਕੁਐਸਚਨ ਸਾਰੇ ਮੈਰੀਟੋਰੀਅਸ ਦੇ ਟੀਚਰਸ ਦਾ ਇੱਕ ਹੀ ਹੈ ਕਿ ਜੇ 10 ਮੈਰੀਟੋਰੀਅਸ ਸਕੂਲਸ ਆਲਰੇਡੀ ਪੰਜਾਬ ਵਿੱਚ ਬਹੁਤ ਹੀ ਅੱਛੇ ਤਰੀਕੇ ਨਾਲ ਚੰਗੇ ਢੰਗ ਨਾਲ ਚਲਾਏ ਜਾ ਰਹੇ ਸਨ ਤਾਂ ਫਿਰ ਸਕੂਲ ਆਫ ਐਮੀਨੈਂਸ ਦੀ ਲੋੜ ਪਈ ਕਿਉਂ? ਸਾਡਾ ਦੂਜਾ ਕੁਐਸਚਨ ਇਹ ਹੈ ਕਿ ਜਦ ਇਹਨਾਂ ਹੀ ਸਕੂਲਾਂ ਦੇ ਬੇਸ ਦੇ ਉੱਤੇ ਸਕੂਲ ਆਫ ਐਮੀਨੈਂਸ ਦੀ ਸਟ੍ਰੀਮ ਲਾਈਨਿੰਗ ਕੀਤੀ ਗਈ ਤਾਂ ਮੈਰੀਟੋਰੀਅਸ ਸਕੂਲਸ ਨੂੰ ਅੱਖੋਂ ਪਰੋਖੇ ਕਿਉਂ ਕੀਤਾ ਗਿਆ? ਉਹਨਾਂ ਨੂੰ ਨਜ਼ਰ ਅੰਦਾਜ਼ ਕਿਉਂ ਕੀਤਾ ਗਿਆ? ਜਦ ਕਿ ਇਹਨਾਂ ਸਕੂਲਾਂ ਵਿੱਚ ਬਿਹਤਰੀਨ ਟੀਚਰ, ਬਿਹਤਰੀਨ ਫੈਸਿਲਿਟੀਜ਼, ਹਰ ਤਰ੍ਹਾਂ ਦੀ ਸੁੱਖ ਸੁਵਿਧਾ ਅਵੇਲੇਬਲ ਹੈ। ਫਿਰ ਗਵਰਨਮੈਂਟ ਇਹਨਾਂ ਸਕੂਲਾਂ ਨੂੰ ਉਸ ਤਰ੍ਹਾਂ ਦੀ ਪ੍ਰਵਾਨਗੀ ਜਾਂ ਉਸ ਤਰ੍ਹਾਂ ਦੀ ਕੀ ਕਹਿੰਦੇ ਉਹਨੂੰ ਇਗਨੋਰੈਂਸ ਕਿਉਂ ਦਿਖਾ ਰਹੀ ਹੈ ਜਿਹੜੀ ਕਿ ਉਹਨਾਂ ਨੂੰ ਨਹੀਂ ਦਿਖਾਣੀ ਚਾਹੀਦੀ ਸੀ? ਸਾਡਾ ਇਹੀ ਪ੍ਰਸ਼ਨ ਹੈ ਗਵਰਨਮੈਂਟ ਵੱਲ। ਤੁਸੀਂ ਕਹਿ ਰਹੇ ਕਿ ਬਿਹਤਰੀਨ ਸਟਾਫ ਤੇ ਬਿਹਤਰੀਨ ਫੈਸਿਲਿਟੀਜ਼, ਬਿਹਤਰੀਨ ਸਟਾਫ
ਵੀ ਸਮਝਾ ਦਿਓ ਕੀ ਹੈ ਬਿਹਤਰੀਨ ਸਟਾਫ ਤੇ ਬਿਹਤਰੀ ਜਿਹੜੀ ਫੈਸਿਲਿਟੀਜ਼ ਹੈ ਸਕੂਲ ਦੇ ਵਿੱਚ ਉਹ ਕੀ ਹੈ ਜੀ? ਸਾਡੇ ਸਕੂਲਾਂ ਵਿੱਚ ਟੋਟਲ 10 ਸਕੂਲਾਂ ਵਿੱਚ 311 ਲੈਕਚਰਰਸ ਡੀਪੀਜ਼ ਐਂਡ ਕੰਪਿਊਟਰ ਟੀਚਰਸ ਹਨ। ਉਹਨਾਂ ਵਿੱਚ ਬਹੁਤ ਸਾਰੇ ਟੀਚਰਸ ਡਾਕਟਰੇਟ ਨੇ, ਬਹੁਤ ਸਾਰੇ ਟੀਚਰਸ ਐਮਫਿਲ ਨੇ, ਬਹੁਤ ਸਾਰੇ ਟੀਚਰਸ ਡਬਲ UGC ਕੁਆਲੀਫਾਈਡ ਨੇ। ਔਰ ਇਹ ਕੋਈ ਛੋਟੀਆਂ ਡਿਗਰੀਜ਼ ਨਹੀਂ ਹੈ ਕਿ ਜੋ ਕਿਸੇ ਵੀ ਬੰਦੇ ਨੇ ਜਾ ਕੇ ਲੈ ਲੀਆਂ। ਇਹ ਬਹੁਤ ਮਿਹਨਤ ਨਾਲ ਕਮਾਈਆਂ ਹੋਈਆਂ ਡਿਗਰੀਜ਼ ਨੇ ਔਰ ਇਹਨਾਂ ਦਾ ਯੂਜ਼ ਜਿਹੜੇ ਸਾਡੇ ਟੀਚਰ ਨੇ ਉਹ ਆਪਣੀ ਟੀਚਿੰਗ ਦੇ ਵਿੱਚ ਪੂਰੀ ਤਰ੍ਹਾਂ ਨਾਲ ਕਰ ਰਹੇ ਨੇ। ਸਾਡੇ ਟੀਚਿੰਗ ਵਿੱਚ ਸਿਰਫ ਥਿਓਰੈਟੀਕਲ ਕਨਸੈਪਟਸ ਦੇ ਉੱਤੇ ਹੀ ਫੋਕਸ ਨਹੀਂ ਕੀਤਾ ਜਾਂਦਾ, ਰੈਦਰ ਆਪਾਂ ਬੱਚਿਆਂ ਨੂੰ ਪ੍ਰੈਕਟੀਕਲੀ ਕਿਵੇਂ ਕਿਸ ਚੀਜ਼ ਨੂੰ ਸੋਚਿਆ ਜਾ ਸਕਦਾ ਹੈ, ਕਿਵੇਂ ਕਿਸ ਚੀਜ਼ ਨੂੰ ਅੱਗੇ ਲਿਜਾਇਆ ਜਾ ਸਕਦਾ ਹੈ, ਆਪਾਂ ਪ੍ਰੈਕਟੀਕਲ ਐਪਲੀਕੇਸ਼ਨ ਦੇ ਉੱਤੇ ਵੀ ਜ਼ੋਰ ਉਨਾ ਹੀ ਪਾਉਂਦੇ ਹਾਂ। ਤਾਂ ਸਾਡਾ ਮੁੱਦਾ ਇਹ ਹੈ ਕਿ ਆਪਾਂ ਸਿਰਫ ਬੱਚਿਆਂ ਨੂੰ ਥਿਓਰੈਟੀਕਲ ਪੜ੍ਹਾ ਕੇ ਜਾਂ ਰਟਾ ਕੇ ਅੱਗੇ ਨਹੀਂ ਲੈ ਜਾਣਾ, ਆਪਾਂ ਉਹਨਾਂ ਨੂੰ ਇਸ ਕਾਬਿਲ ਬਣਾਉਣਾ ਹੈ ਕਿ ਕੱਲ੍ਹ ਨੂੰ ਜਦ ਬੱਚਾ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ ਜਾ ਕੇ ਬੈਠੇ ਤਾਂ ਉਹ ਉਸ ਕੰਪੀਟੀਟਿਵ ਐਗਜ਼ਾਮ ਨੂੰ ਈਜ਼ੀਲੀ ਕਲੀਅਰ ਕਰ ਪਾਏ ਔਰ ਉਸ ਸੀਟ ਨੂੰ ਹਾਸਿਲ ਕਰ ਪਾਏ ਜਿਸ ਦੇ ਉਹ ਕਾਬਿਲ ਹੈ। ਔਰ ਸਾਡੇ ਟੀਚਰਸ ਦਾ ਪੂਰਾ ਜ਼ੋਰ ਇਸ ਗੱਲ ਦੇ ਉੱਤੇ ਲੱਗਦਾ ਹੈ। ਉਹ ਸਿਰਫ ਕਿਤਾਬੀ ਕੀੜੇ ਨਹੀਂ ਬਣਾਉਂਦੇ ਬੱਚਿਆਂ ਨੂੰ, ਰੈਦਰ ਉਹ ਇੱਕ ਪ੍ਰੈਕਟੀਕਲ ਬੱਚੇ ਤਿਆਰ ਕਰਦੇ ਨੇ ਜਿਹੜੇ ਕਿ ਆਉਣ ਵਾਲੇ ਟਾਈਮ 'ਚ ਕਰੰਟ ਟਾਈਮ ਵਿੱਚ ਆਪਣੇ ਆਪ ਨੂੰ ਕਿਸ ਤਰ੍ਹਾਂ ਢਾਲਣਾ ਹੈ, ਆਪਣੇ ਆਪ ਨੂੰ ਕਿਸ ਤਰ੍ਹਾਂ ਜੌਬ ਦੇ ਵਿੱਚ ਜਾ ਕੇ ਪਾਉਣਾ ਹੈ, ਉਸ ਦੇ ਲਾਇਕ ਬਣਾਏ ਜਾਂਦੇ ਨੇ। ਤਾਂ ਮੇਰਾ ਟੀਚਰਸ ਤੋਂ ਭਾਵ ਇਹ ਸੀ ਕਿ ਆਪਾਂ ਸਿਰਫ ਇੱਕ ਥਿਓਰੈਟੀਕਲੀ ਪੜ੍ਹੇ ਹੋਏ ਟੀਚਰ ਨਹੀਂ ਹਾਂ, ਆਪਾਂ ਪ੍ਰਯੋਗ ਕਰਨ ਵਾਲੇ ਟੀਚਰ ਹਾਂ, ਆਪਾਂ ਬੱਚਿਆਂ ਨੂੰ ਪ੍ਰੈਕਟੀਕਲੀ ਕਿਤੇ ਤੋਂ ਕਿਤੇ ਲੈ ਜਾਣ ਵਾਲੇ ਟੀਚਰਸ ਹਾਂ। ਜਿਹੜੇ ਤੁਸੀਂ ਕਹਿ ਰਹੇ ਕਿ ਬੱਚਿਆਂ ਨੂੰ ਕਾਬਲ ਬਣਾਉਣਾ, ਜੇ ਕਿਉਂਕਿ ਲਾਜ਼ਮੀ ਤੌਰ ਤੇ ਇਹਨਾਂ ਸਕੂਲਾਂ ਦੇ ਵਿੱਚ ਅਗਰ ਸਰਕਾਰੀ ਸਕੂਲਾਂ ਦੀ ਬਾਕੀ ਗੱਲ ਕੀਤੀ ਜਾਵੇ ਤਾਂ ਮੈਡੀਕਲ ਨਾਨ ਮੈਡੀਕਲ ਦੇ ਉਹ ਪ੍ਰੋਫੈਸਰ ਨਹੀਂ ਹੈ, ਟੀਚਰ ਨਹੀਂ, ਲੈਕਚਰ ਹੈ, ਨਾ ਫਿਜ਼ਿਕਸ ਦੇ, ਨਾ ਕੈਮਿਸਟਰੀ ਦੇ, ਨਾ ਮੈਥ ਦੇ, ਨਾ ਬਾਇਓਲੋਜੀ, ਇੱਥੇ ਸਭ ਕੁਝ ਹੈ। ਤੇ ਜਦੋਂ ਬੱਚਾ ਇੰਜੀਨੀਅਰਿੰਗ ਸਾਈਡ ਜਾਂਦਾ ਜਾਂ ਮੈਡੀਕਲ ਸਾਈਡ ਜਾਂਦਾ ਤੇ ਕਿੰਨੇ ਕਿ ਹੁਣ ਤੱਕ ਜਿਹੜੇ ਬੱਚੇ ਜਦੋਂ ਦੇ ਸਕੂਲ ਖੋਲ੍ਹੇ ਨੇ ਕਿ ਉਹਨਾਂ ਨੇ ਨੀਟ ਕਲੀਅਰ ਕੀਤੀ ਹੈ ਜਾਂ ਉਹਨਾਂ ਨੇ JEE ਮੇਨ ਜਾਂ ਐਡਵਾਂਸ ਕਲੀਅਰ ਕੀਤੀ ਹੈ ਜੀ? ਜੇ ਆਪਾਂ ਰਫ ਐਸਟੀਮੇਟ ਲਾ ਕੇ ਚੱਲੀਏ ਔਰ ਇਹ ਡਾਟਾ ਜਿਹੜਾ ਮੈਂ ਸ਼ੇਅਰ ਕਰਨ ਚੱਲੀ ਹਾਂ ਉਹ ਸਿਰਫ ਹਾਲੇ 10 ਤੋਂ 12% ਡਾਟਾ ਹੈ ਤੇ ਉਹਦੇ ਹਿਸਾਬ ਨਾਲ ਅੱਜ ਤੱਕ ਜੇ ਆਪਾਂ ਕਾਊਂਟ ਕਰੀਏ ਤਾਂ 1212 ਬੱਚਿਆਂ ਨੇ ਕੰਪੀਟੀਟਿਵ ਐਗਜ਼ਾਮ ਆਲਰੇਡੀ ਕਲੀਅਰ ਕਰ ਲਏ ਨੇ, ਜਿਹਦੇ ਵਿੱਚ ਸਾਡੇ ਕੋਲ 80 ਬੱਚੇ ਐਡਵਾਂਸ ਦੇ, 741 ਬੱਚੇ ਨੀਟ ਦੇ, 135 ਬੱਚੇ CA ਦੇ, 51 ਬੱਚੇ CMA ਦੇ, 26 ਬੱਚੇ NDA ਦੇ ਤੇ ਕਲੈਟ ਦੇ 15% ਬੱਚਿਆਂ ਨੇ ਇਹ ਕੰਪੀਟੀਟਿਵ ਐਗਜ਼ਾਮ ਕਲੀਅਰ ਕੀਤਾ। ਐਂਡ ਮੈਂ ਇਹ ਸਾਰਿਆਂ ਦੀ ਨੌਲੇਜ ਵਿੱਚ ਲੈਣਾ ਚਾਹੁੰਦੀ ਹਾਂ ਕਿ ਇਹ ਸਿਰਫ ਹਾਲੇ 10 ਤੋਂ 12% ਡਾਟਾ ਹੈ, ਪੂਰਾ ਡਾਟਾ ਨਹੀਂ ਹੈ। ਹੁਣ ਤੁਸੀਂ ਆਪ ਅੰਦਾਜ਼ਾ ਲਗਾ ਲਓ, ਜਿਹੜਾ ਬੱਚਾ ਪੰਜਾਬੀ ਮੀਡੀਅਮ 'ਚ ਪੜ੍ਹ ਕੇ ਆਉਂਦਾ ਹੈ ਔਰ ਸਾਡੇ ਕੋਲ ਆ ਕੇ ਇੰਗਲਿਸ਼ ਮੀਡੀਅਮ 'ਚ ਪੜ੍ਹਦਾ ਹੈ, ਪਹਿਲੇ ਤਾਂ ਇਹ ਸੋਚ ਕੇ ਦੇਖੋ ਕਿ ਜਿਹੜਾ ਬੱਚਾ 10ਵੀਂ ਤੱਕ ਪੰਜਾਬੀ ਮੀਡੀਅਮ 'ਚ ਪੜ੍ਹਿਆ ਹੁਣ ਉਹ ਜਾ ਕੇ ਇੰਗਲਿਸ਼ ਮੀਡੀਅਮ 'ਚ ਪੜ੍ਹਿਆ, ਉਹਦੇ ਲਈ ਇੱਕ ਆਪਣੇ ਆਪ 'ਚ ਬਹੁਤ ਵੱਡਾ ਚੈਲੰਜ ਹੈ। ਫਿਰ ਬੱਚਾ ਨਾ ਸਿਰਫ ਪੰਜਾਬ ਬੋਰਡ ਦੀ ਪ੍ਰੀਖਿਆਵਾਂ 'ਚ ਬਹੁਤ ਵਧੀਆ ਅੰਕ ਲੈ ਕੇ ਅੱਗੇ ਵੱਧਦਾ ਹੈ, ਰੈਦਰ ਕੰਪੀਟੀਟਿਵ ਐਗਜ਼ਾਮ ਜਿਹੜੇ ਪਿਓਰਲੀ ਇੰਗਲਿਸ਼ ਵਿੱਚ ਹੁੰਦੇ ਉਹਨਾਂ ਨੂੰ ਵੀ ਕਲੀਅਰ ਕਰਦਾ ਹੈ। ਹੁਣ ਇਹ ਸੋਚ ਕੇ ਦੇਖੋ, ਪੰਜਾਬੀ ਮੀਡੀਅਮ ਦਾ ਬੱਚਾ ਪਹਿਲੇ ਪੰਜਾਬ ਬੋਰਡ ਨੂੰ ਇੰਗਲਿਸ਼ ਮੀਡੀਅਮ ਵਿੱਚ ਕਲੀਅਰ ਕਰਦਾ ਹੈ, ਨਾ ਸਿਰਫ ਕਲੀਅਰ ਕਰਦਾ ਹੈ ਵਧੀਆ ਅੰਕਾਂ ਨਾਲ ਕਲੀਅਰ ਕਰਦਾ ਹੈ। ਫਿਰ ਉਹਦੇ ਬਾਅਦ ਨੂੰ ਇਸ ਚੀਜ਼ ਦਾ ਖਦਸ਼ਾ ਕਿ ਜੇ 117 ਸਕੂਲ ਆਫ ਐਮੀਨੈਂਸ ਖੁੱਲ੍ਹ ਗਏ ਅੱਗੇ ਤੇ ਜਿਹੜੇ ਪੰਜਾਬ 'ਚ ਕਿਤੇ ਜਿਹੜੇ ਮੈਰੀਟੋਰੀਅਸ ਸਕੂਲ ਖੁੱਲ੍ਹੇ ਨੇ 10 ਜਾਂ ਡੰਪ ਹੋ ਜਾਣਗੇ ਜਾਂ ਖੰਡਰ ਬਣ ਜਾਣਗੇ ਜੀ? ਦੇਖੋ, ਐਮੀਨੈਂਸ ਨਾਲ ਸਾਨੂੰ ਕੋਈ ਨਾਰਾਜ਼ਗੀ ਨਹੀਂ ਹੈ। ਜੇ ਗਵਰਨਮੈਂਟ ਐਮੀਨੈਂਸ ਖੋਲ੍ਹਦੀ, ਆਪਾਂ ਇਹ ਨਹੀਂ ਕਹਿੰਦੇ ਕਿ ਗਵਰਨਮੈਂਟ ਨੇ ਇਹ ਪ੍ਰੋਜੈਕਟ ਕਿਉਂ ਖੋਲ੍ਹਤਾ, ਕੰਟਰੀ ਦੀ ਡਿਵੈਲਪਮੈਂਟ ਪ੍ਰੋਜੈਕਟਸ ਦੇ ਨਾਲ ਹੀ ਅੱਗੇ ਵੱਧਦੀ ਹੈ। ਪਰ ਇੱਕ ਪ੍ਰੋਜੈਕਟ ਦੇ ਹੁੰਦੇ ਜੇ ਤੁਸੀਂ ਉਹਨੂੰ ਇਗਨੋਰ ਕਰਕੇ ਦੂਜਾ ਪ੍ਰੋਜੈਕਟ ਖੋਲੋਗੇ, ਉਹ ਵੀ ਸੇਮ ਲਾਈਨਾਂ ਦੇ ਉੱਤੇ, ਸੇਮ ਸਟ੍ਰੀਮਲਾਈਨਿੰਗ ਦੇ ਉੱਤੇ, ਸੇਮ ਤਰਜ਼ਾਂ ਦੇ ਉੱਤੇ, ਤਾਂ ਉਹਨੂੰ ਮੈਂ ਬਹੁਤ ਵਧੀਆ ਨਹੀਂ ਮੰਨਾਂਗੀ। ਔਰ ਜੇ ਜਿਹੜੇ ਵੀ ਸਾਡੇ ਮੰਤਰੀ ਨੇ, ਜਿਹੜੇ ਵੀ ਆਪ ਸਰਕਾਰ ਜਿਹੜੀ ਕਿ ਬਹੁਤ ਦੁਹਾਈਆਂ ਦੇ ਰਹੀ ਹੈ ਇਸ ਟਾਈਮ ਜੀ ਆਪਾਂ ਸਿੱਖਿਆ ਦੇ ਪੱਧਰ ਨੂੰ ਇੱਥੇ ਤੋਂ ਉੱਥੇ ਲੈ ਜਾਵਾਂਗੇ, ਪਹਿਲੇ ਤਾਂ ਉਹਨਾਂ ਨੂੰ ਆਪਣੀ ਸੋਚ ਨੂੰ ਵੱਡਾ ਕਰਨ ਦੀ ਲੋੜ ਹੈ ਕਿ ਜੇ ਆਲਰੇਡੀ 10 ਸਕੂਲ ਪ੍ਰੋਜੈਕਟ ਦੇ ਅੰਡਰ ਖੁੱਲ੍ਹੇ ਸੀ ਤਾਂ ਆਪਾਂ ਉਸ ਪ੍ਰੋਜੈਕਟ ਨੂੰ ਅੱਗੇ ਨਾ ਲੈ ਜਾ ਕੇ ਆਪਾਂ ਉਹੀ ਤਰਜ਼ਾਂ ਦੇ ਉੱਤੇ, ਕੋਈ ਨਵੀਂ ਤਰਜ਼ਾਂ ਹੋਣ ਨਾ ਤਾਂ ਬੰਦਾ ਕਹਿੰਦਾ ਹੈ ਜੀ ਹਾਂਜੀ ਕੁਝ ਨਵਾਂ ਹੋ ਗਿਆ, ਜਦ ਉਹੀ ਤਰਜ਼ਾਂ ਦੇ ਉੱਤੇ ਆਪਾਂ
ਨਵੇਂ ਸਕੂਲ ਖੋਲ ਦਿੱਤੇ ਤਾਂ ਉਹਦੇ 'ਚ ਫਾਇਦਾ ਕੀ ਹੋਇਆ? ਕਿਆ ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ ਦਾ ਪੈਸਾ ਆਪਾਂ ਇੱਕ ਜਗ੍ਹਾ ਤੋਂ ਚੱਕ ਕੇ ਸਿਰਫ ਦੂਜੀ ਜਗ੍ਹਾ ਦੇ ਵਿੱਚ ਲਾਤਾ? ਤੁਸੀਂ ਇਹ ਮਹਿਸੂਸ ਕਰ ਰਹੇ ਹੋ? ਤੁਸੀਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗੀ, ਜਦੋਂ ਮਨੀਸ਼ ਸਿਸੋਦੀਆ ਜੀ ਐਜੂਕੇਸ਼ਨ ਮਿਨਿਸਟਰ ਆਏ ਸੀ ਤਾਂ ਉਹਨਾਂ ਨੇ ਸਾਡੇ ਕੀ ਕਹਿੰਦੇ ਨੇ ਉਹਨੂੰ ਮੈਰੀਟੋਰੀਅਸ ਸਕੂਲਾਂ ਦਾ ਮੁਆਇਨਾ ਕੀਤਾ ਸੀ, ਤਾਂ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਇੱਥੇ ਥੋੜੀ ਬਹੁਤੀਆਂ ਕਮੀਆਂ ਨੇ। ਇਹ ਉਹਨਾਂ ਦੀ ਆਪ ਦੀ ਵਰਡਿੰਗ ਹੈ ਕਿ ਇੱਥੇ ਥੋੜੀਆਂ ਬਹੁਤੀਆਂ ਕਮੀਆਂ ਨੇ, ਜੇ ਆਪਾਂ ਉਹਨਾਂ ਕਮੀਆਂ ਨੂੰ ਦੂਰ ਕਰ ਦਈਏ ਤਾਂ ਇਹ ਸਕੂਲ ਆਫ ਐਮੀਨੈਂਸ ਤੋਂ ਕਿਤੇ ਘੱਟ ਨਹੀਂ ਹੈ। ਜੇ ਇਹ ਗੱਲ ਤੁਸੀਂ ਆਪ ਕਹਿੰਦੇ ਹੋ ਤਾਂ ਤੁਸੀਂ ਆਪ ਅੱਜ ਨੂੰ ਸਾਨੂੰ ਉਹਨਾਂ ਸਕੂਲਾਂ ਤੋਂ ਬਾਹਰ ਕਿਵੇਂ ਰੱਖ ਸਕਦੇ ਹੋ? ਸਾਨੂੰ ਸਕੂਲ ਆਫ ਐਮੀਨੈਂਸ ਤੋਂ ਕੋਈ ਖਤਰਾ ਜਾਂ ਕੋਈ ਸਾਡੀ ਉਹਦੇ ਨਾਲ ਕੋਈ ਨਾਰਾਜ਼ਗੀ ਨਹੀਂ ਹੈ। ਸਾਡਾ ਮਤ ਇਹ ਹੈ ਕਿ ਸਾਨੂੰ ਇਹਨਾਂ ਸਕੂਲਾਂ ਵਿੱਚ ਸ਼ਾਮਿਲ ਕਿਉਂ ਨਹੀਂ ਕੀਤਾ ਗਿਆ, ਜਦ ਕਿ ਸਾਡੇ ਸਕੂਲਾਂ ਦੇ ਰਿਜ਼ਲਟ, ਚਾਹੇ ਉਹ ਪੰਜਾਬ ਬੋਰਡ ਦੇ ਰਿਜ਼ਲਟ ਹੋਣ, ਚਾਹੇ ਉਹ ਫਿਰ ਕੰਪੀਟੀਟਿਵ ਐਗਜ਼ਾਮਸ ਦੇ ਰਿਜ਼ਲਟ ਹੋ, ਚਾਹੇ ਉਹ ਖੇਡਾਂ ਦੇ ਰਿਜ਼ਲਟ ਹੋਣ, ਚਾਹੇ ਉਹ ਕਲਚਰ ਐਕਟੀਵਿਟੀਜ਼ ਦੇ ਰਿਜ਼ਲਟ ਹੋਣ, ਚਾਹੇ ਉਹ ਗਵਰਨਮੈਂਟ ਜੌਬਸ ਦੀ ਗੱਲ ਹੋਵੇ। ਹੁਣ ਜਿਹਦੇ ਵਿੱਚ ਸਾਡੇ ਅੱਜ ਤੱਕ ਇੱਕ ਰਫ ਜਿਹਾ ਐਸਟੀਮੇਟ ਛੋਟਾ ਮੋਟਾ ਲਾ ਕੇ ਚੱਲਾਂ ਤਾਂ 170 ਤੋਂ ਜ਼ਿਆਦਾ ਬੱਚੇ ਗਵਰਨਮੈਂਟ ਜੌਬ ਤੇ ਆਲਰੇਡੀ ਪੋਸਟ ਹੋ ਚੁੱਕੇ ਨੇ। ਜਦ ਇਹ ਸਾਰਾ ਕੁਝ ਸਾਡੇ ਸਕੂਲ ਪ੍ਰੋਵਾਈਡ ਕਰ ਰਹੇ ਨੇ ਤਾਂ ਸਾਡੇ ਸਕੂਲਾਂ ਨੂੰ ਸਕੂਲ ਆਫ ਐਮੀਨੈਂਸ ਦਾ ਇੱਕ ਪਾਰਟ ਕਿਉਂ ਨਹੀਂ ਬਣਾਇਆ ਗਿਆ? ਸਾਡੀ ਨਾਰਾਜ਼ਗੀ ਇਸ ਗੱਲ ਤੋਂ ਹੈ। ਤੁਹਾਨੂੰ ਲੱਗਦਾ ਕਿ ਸਿਰਫ ਹੁਣ ਮੈਰੀਟੋਰੀਅਸ ਸਕੂਲ ਦੀ ਜਗ੍ਹਾ ਨਾਮ ਹੀ ਬਦਲਿਆ, ਉਹਦਾ ਨਾਮ ਸਕੂਲ ਆਫ ਐਮੀਨੈਂਸ ਰੱਖਤਾ, ਜਾਂ ਇਹ ਹੈ ਤੁਸੀਂ ਮੰਨਦੇ ਹੈਗੇ ਤੁਹਾਡੀ ਯੂਨੀਅਨ ਕਿ ਉਹ ਬਾਦਲ ਸਾਹਿਬ ਨੇ ਸ਼ੁਰੂ ਕਰਤੇ ਸੀ, ਭਗਵੰਤ ਮਾਨ ਨੇ ਸ਼ੁਰੂ ਕਰ ਦਿੱਤੇ ਹੈਗੇ? ਦੇਖੋ, ਬਹੁਤੇ ਪੋਲੀਟੀਕਲ ਗੱਲਾਂ ਵਿੱਚ ਤਾਂ ਮੈਂ ਜਾਣਾ ਬਹੁਤਾ ਵਧੀਆ ਵੀ ਨਹੀਂ ਸਮਝਦੀ, ਬਿਕੋਜ਼ ਦੇਖੋ ਇੱਕ ਐਜੂਕੇਟਰ ਹੋ ਕੇ ਜੇ ਮੈਂ ਅਕਾਲੀ, ਕਾਂਗਰਸ ਜਾਂ ਫਿਰ ਮੈਂ ਆਪ ਦੇ ਵਿੱਚ ਜੂਝ ਜਾਵਾਂਗੀ ਤਾਂ ਮੈਨੂੰ ਲੱਗਦਾ ਇਹਨਾਂ ਪੋਲੀਟੀਸ਼ੀਅਨਸ ਵਿੱਚ ਤੇ ਇੱਕ ਐਜੂਕੇਟਰ ਵਿੱਚ ਕੋਈ ਫਰਕ ਨਹੀਂ ਰਹਿ ਜਾਏਗਾ। ਮੈਨੂੰ ਇਸ ਗੱਲ ਨਾਲ ਕੋਈ ਗਿਲਾ ਨਹੀਂ ਹੈ ਕਿ ਕਿਸੇ ਅਕਾਲੀ ਨੇ ਕਿ ਇਹ ਸਕੂਲ ਅਕਾਲੀਆਂ ਨੇ ਖੋਲ੍ਹੇ ਸੀ ਜਾਂ ਇਹ ਕਾਂਗਰਸ ਨੇ ਨਕਾਰੇ ਜਾਂ ਆਪ ਪਾਰਟੀ ਨੇ ਨਕਾਰੇ। ਮੇਰਾ ਮੁੱਦਾ ਸਿਰਫ ਇਹ ਹੈ, ਜਦੋਂ ਆਪਾਂ ਐਜੂਕੇਸ਼ਨ ਦੀ ਗੱਲ ਕਰਦੇ ਹਾਂ ਤਾਂ ਐਜੂਕੇਸ਼ਨ ਦੀ ਹੋਂਦ ਨੂੰ ਰੱਖਦੇ ਹੋਏ ਸਾਡੇ ਦਿਮਾਗ 'ਚੋਂ ਪੋਲੀਟੀਕਲ ਪਾਰਟੀਆਂ ਪਹਿਲੇ ਨਿਕਲ ਜਾਣੀਆਂ ਚਾਹੀਦੀਆਂ। ਜਦ ਵੀ ਜੇ ਚਾਹੇ ਕੋਈ ਵੀ ਪਾਰਟੀ ਹੋਵੇ, ਕੋਈ ਵੀ ਹੋਵੇ, ਠੀਕ ਹੈ, ਜਦੋਂ ਉਹ ਐਜੂਕੇਸ਼ਨ ਦੀ ਗੱਲ ਕਰਦੀ ਹੈ ਤਾਂ ਉਹਦਾ ਦਾਇਰਾ ਬਹੁਤ ਵੱਡਾ ਹੋਣਾ ਚਾਹੀਦਾ। ਉਹਦਾ ਦਾਇਰਾ ਕਿਸੇ ਇੱਕ ਪਾਰਟੀ ਦੇ ਆਸ-ਪਾਸ ਨਹੀਂ ਘੁੰਮਣਾ ਚਾਹੀਦਾ। ਖਦਸ਼ਾ ਕਿਸ ਚੀਜ਼ ਦਾ ਹੈਗਾ ਕਿ ਵਾਕਈ ਕਿਤੇ ਹੌਲੀ-ਹੌਲੀ ਇਹਨਾਂ ਨੂੰ ਸਾਈਡ ਕਰ ਦਿੱਤਾ ਜਾਊਗਾ ਜੀ? ਇਹਨਾਂ ਸਕੂਲਾਂ ਨੂੰ ਤੁਹਾਡੀਆਂ ਨੌਕਰੀਆਂ ਖਤਰੇ 'ਚ ਪੈ ਜਾਣਗੇ, ਜਾਂ ਜਿਹੜੇ ਗਰੀਬਾਂ ਦੇ ਬੱਚੇ ਪਹਿਲਾਂ 80% ਨੰਬਰ ਲੈ ਕੇ ਆਉਂਦੇ ਸੀ, ਹੁਣ 70% ਲੈ ਕੇ ਇੱਥੇ ਪੜ੍ਹ ਰਹੇ ਹੈਗੇ ਨੇ, ਰੋਟੀ ਫਰੀ ਆ, ਹੋਸਟਲ ਫਰੀ ਆ, ਸਭ ਕੁਝ ਫਰੀ ਆ, ਉਹ ਬੰਦ ਹੋ ਜਾਊਗਾ ਜੀ? ਦੇਖੋ, ਖਤਰੇ ਦੀ ਗੱਲ ਨਹੀਂ ਹੁੰਦੀ ਹੈ। ਖਤਰਾ ਪਹਿਲੇ ਆਪ ਦੇ ਉੱਤੇ ਦੇਖਣ ਤੋਂ ਪਹਿਲੇ ਆਪਾਂ ਬੱਚਿਆਂ ਦੇ ਉੱਤੇ ਦੇਖਣਾ ਹੁੰਦਾ ਹੈ। ਸਾਡਾ ਮਕਸਦ ਪਹਿਲੇ ਵੀ ਬੱਚਿਆਂ ਦੀ ਤਰੱਕੀ ਸੀ, ਖੁਸ਼ਹਾਲੀ ਸੀਗੀ, ਪੰਜਾਬ ਦੀ ਖੁਸ਼ਹਾਲੀ ਸੀਗੀ, ਉਹ ਸਾਡੀ ਅੱਜ ਵੀ ਹੈਗੀ। ਸਾਡਾ ਖਤਰਾ ਸਾਨੂੰ ਇਸ ਲਈ ਹੋ ਜਾਂਦਾ ਕਿ ਜਦੋਂ ਆਪਾਂ ਬੱਚਿਆਂ ਨੂੰ ਪੜ੍ਹਾਉਣ ਜਾ ਰਹੇ ਹਾਂ ਤਾਂ ਕਿਤੇ ਸਾਡੇ ਦਿਮਾਗਾਂ ਵਿੱਚ ਇਹ ਤਾਂ ਨਹੀਂ ਚੱਲ ਰਿਹਾ ਕਿ ਆਪਾਂ ਕੱਲ ਨੂੰ ਇੱਥੋਂ ਕੱਢ ਦਿੱਤੇ ਜਾਵਾਂਗੇ। ਜੇ ਇਹ ਚੀਜ਼ਾਂ ਸਾਡੇ ਦਿਮਾਗ 'ਚ ਆਉਂਦੀਆਂ ਰਹਿਣਗੀਆਂ ਤੇ ਉਹ ਕਿਤੇ ਨਾ ਕਿਤੇ ਸਾਡੇ ਟੀਚਿੰਗ ਨੂੰ ਪ੍ਰਭਾਵਿਤ ਕਰਨਗੀਆਂ, ਜਿਹੜਾ ਅੱਜ ਤੱਕ ਆਪਾਂ ਨਹੀਂ ਹੋਣ ਦਿੱਤਾ। ਔਰ ਰਹੀ ਗੱਲ ਪੂਅਰ ਬੱਚਿਆਂ ਦੀ, ਤੇ ਜਿਹੜੇ ਸਾਡੇ ਮੰਤਰੀ ਸਾਹਿਬ ਅੱਜ ਇਹ ਗੱਲ ਕਹਿੰਦੇ ਨੇ ਕਿ ਜੇ ਆਪਾਂ ਸਕੂਲ ਆਫ ਐਮੀਨੈਂਸ ਪੂਰਾ ਗਰੀਬ ਬੱਚਿਆਂ ਲਈ ਖੋਲ੍ਹੇ ਨੇ, ਗਰੀਬ ਬੱਚਿਆਂ ਲਈ ਖੋਲ੍ਹੇ ਨੇ, ਤਾਂ ਮੇਰਾ ਇੱਕ ਉਹਨਾਂ ਨੂੰ ਰਿਕੁਐਸਟ ਹੈ, ਮੇਰੀ ਇੱਕ ਅਰਜ਼ ਹੈ ਕਿ ਜਾ ਕੇ ਪਹਿਲੇ ਇਹਨਾਂ ਸਕੂਲਾਂ ਦਾ ਮੁਆਇਨਾ ਕਰੋ। ਮੈਰੀਟੋਰੀਅਸ ਸਕੂਲ ਵੀ ਪੂਰਾ ਗਰੀਬ ਬੱਚਿਆਂ ਲਈ ਖੋਲ੍ਹੇ ਗਏ ਨੇ, ਉੱਥੇ ਵੀ ਕਿਸਾਨਾਂ ਦੇ ਬੱਚੇ ਆਉਂਦੇ ਨੇ, ਉੱਥੇ ਵੀ ਲੇਬਰ ਕਲਾਸ ਦੇ ਬੱਚੇ ਆਉਂਦੇ ਨੇ। ਜਦ ਉੱਥੇ ਵੀ ਇੱਕ ਗਰੀਬ ਬੱਚਾ ਪੜ੍ਹਾਈ ਕਰ ਰਿਹਾ, ਤੁਹਾਡੇ ਸਕੂਲ ਆਫ ਐਮੀਨੈਂਸ ਵਿੱਚ ਵੀ ਗਰੀਬ ਬੱਚੇ ਹੀ ਪੜ੍ਹਨ ਲੱਗੇ ਹਨ, ਤਾਂ ਮੈਨੂੰ ਫਰਕ ਦੱਸ ਦਿਓ, ਫਰਕ ਹੈ ਕਿੱਥੇ ਹੈ? ਫਿਰ ਤੁਸੀਂ ਸਾਡੇ ਸਕੂਲਾਂ ਨੂੰ ਇਗਨੋਰ ਕਿੱਦਾਂ ਕਰ ਦਿੱਤਾ? ਸਾਡੀ ਇਹ ਯੂਨੀਅਨ ਦੀ ਮੰਗ ਹੈ ਕਿ ਜੇ 117 ਖੋਲ੍ਹਣੇ ਆ ਗਏ ਨੇ ਤੇ 10 ਤੇ ਆਲਰੇਡੀ ਆ ਗਏ, ਤੁਹਾਨੂੰ ਤੇ 107 ਹੀ ਬਣਾਉਣੇ ਪੈਣੇ ਨੇ। ਐਗਜ਼ੈਕਟਲੀ, ਸਾਨੂੰ ਸਾਡੀ ਸਭ ਤੋਂ ਵੱਡੀ ਡਿਮਾਂਡ ਜਿਹੜੀ ਹੈ ਉਹ ਇਹ ਹੈ ਕਿ ਸਾਨੂੰ ਡਿਪਾਰਟਮੈਂਟ ਵਿੱਚ ਮਰਜ ਕੀਤਾ ਜਾਵੇ, ਸਾਡੇ ਸਟਾਫ ਨੂੰ ਡਿਪਾਰਟਮੈਂਟ ਆਫ ਐਜੂਕੇਸ਼ਨ ਵਿੱਚ ਰੈਗੂਲਰਾਈਜ਼ ਕੀਤਾ ਜਾਵੇ, ਜਿਹਦੀ ਲੜਾਈ ਕਿ ਆਪਾਂ 2014 ਤੋਂ ਲੜਦੇ ਆ ਰਹੇ ਹਾਂ। 2015 ਵਿੱਚ ਇੱਕ ਕੀ ਕਹਿੰਦੇ ਐਲਾਨ ਵੀ ਕੀਤਾ ਗਿਆ ਸੀਗਾ ਬਾਦਲ ਤਤਕਾਲੀ ਸਰਕਾਰ ਵੱਲੋਂ, ਜਿਹੜੀ ਉਸ ਟਾਈਮ ਸਰਕਾਰ ਸੀਗੀ, ਉਹਨਾਂ ਨੇ ਐਲਾਨ ਵੀ ਕੀਤਾ ਸੀਗਾ ਕਿ ਸਾਨੂੰ ਉਹ ਪੱਕੇ ਕਰ ਦੇਣਗੇ, ਲੇਕਿਨ ਉਹ ਕਿਸੇ ਕਾਰਨਾਂ ਵਜੋਂ ਉਹ ਗੱਲ ਪੂਰੀ ਨਹੀਂ ਹੋ ਪਾਈ। ਫਿਰ 2018 ਵਿੱਚ ਦੁਬਾਰਾ ਇੱਕ ਉਸ ਟਾਈਮ ਦੀ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਕੱਢੀ, ਜਿਹਦੇ ਵਿੱਚ 8886 ਬੰਦਾ ਰਮਸਾ ਤੇ SSA ਦਾ ਪੱਕਾ ਕੀਤਾ ਗਿਆ ਆਨਲਾਈਨ ਦੇ ਥਰੂ,
ਔਰ ਜਿਹਦੇ ਵਿੱਚ ਮੈਰੀਟੋਰੀਅਸ ਦੇ ਟੀਚਰਾਂ ਨੇ ਵੀ ਆਪਣੇ ਆਪ ਨੂੰ ਕਲਿੱਕ ਕਰਕੇ ਉਹਦਾ ਇੱਕ ਹਿੱਸਾ ਬਣਾਇਆ ਸੀ। ਪਰ ਅੱਜ ਤੱਕ ਸਾਨੂੰ ਟੀਚਰਸ ਨੂੰ ਇਹ ਸਮਝ 'ਚ ਨਹੀਂ ਆਈ, ਨਾ ਹੀ ਸਾਨੂੰ ਕਿਸੇ ਵੀ ਸੁਸਾਇਟੀ ਦੇ ਮੈਂਬਰ ਨੇ, ਨਾ ਹੀ ਸਾਨੂੰ ਕਿਸੇ ਗਵਰਨਮੈਂਟ ਨੇ ਇਸ ਗੱਲ ਦਾ ਜਵਾਬ ਦਿੱਤਾ ਹੈ ਕਿ ਜਦੋਂ ਆਪਾਂ ਉਹਦੇ ਵਿੱਚ ਕਲਿੱਕ ਕੀਤਾ ਸੀ ਤਾਂ ਕਲਿੱਕ ਕਰਨ ਦੇ ਬਾਵਜੂਦ ਸਾਡੇ ਸਟਾਫ ਨੂੰ ਉਸ ਸਕੀਮ ਦੇ ਤਹਿਤ ਬਾਹਰ ਕਿਉਂ ਕੀਤਾ ਗਿਆ। ਮਤਲਬ ਤੁਸੀਂ ਅਜੇ ਵੀ ਰੈਗੂਲਰ ਨਹੀਂ ਹੋ ਤੁਸੀਂ? ਬਿਲਕੁਲ ਨਹੀਂ, ਆਪਾਂ ਅਜੇ ਵੀ ਕੱਚੇ, ਆਪਾਂ ਕੀ ਕਹਿੰਦੇ, ਕੱਚੇ ਸ਼ਬਦ ਦਾ ਸੰਤਾਪ ਅੱਜ ਵੀ ਹੰਢਾ ਰਹੇ ਹਾਂ, ਜਦ ਕਿ ਸਾਨੂੰ ਲੱਗਦਾ ਹੈ ਕਿ ਜਿੰਨੇ ਕਾਬਿਲ ਟੀਚਰ ਮੈਰੀਟੋਰੀਅਸ ਸਕੂਲ ਵਿੱਚ ਹੈਗੇ ਹੈ, ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਗਵਰਨਮੈਂਟ ਨੂੰ ਬਹੁਤ ਜਲਦੀ ਤੋਂ ਜਲਦੀ ਸਾਨੂੰ ਰੈਗੂਲਰ ਕਰ ਦੇਣਾ ਚਾਹੀਦਾ ਸੀ। ਪਰ ਸਾਨੂੰ ਉਹਨਾਂ ਦੀ ਸੋਚ ਅੱਜ ਤੱਕ ਸਮਝ ਨਹੀਂ ਆ ਰਹੀ। ਔਰ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਸਿੱਖਿਆ ਮੰਤਰੀ ਹਰਜੋਤ ਬੈਂਸ ਸਰ ਨੇ ਸਾਨੂੰ ਸਾਲ ਪਹਿਲਾਂ ਕਿਹਾ ਸੀ ਕਿ ਜੀ ਤੁਹਾਨੂੰ 100 ਦਿਨਾਂ ਦੇ ਵਿੱਚ ਆਪਾਂ ਪੱਕਾ ਕਰ ਦਾਂਗੇ। ਉਹ 100 ਦਿਨ ਤਾਂ ਛੱਡੋ ਜੀ, ਸਾਡੇ ਤਾਂ ਉੱਤੇ 1 ਸਾਲ ਲੰਘ ਚੁੱਕਾ ਹੈ। ਹੁਣ ਉਹਨਾਂ ਨੇ ਸਾਨੂੰ ਫੇਰ ਭਰੋਸਾ ਇਹ ਦਿਵਾਇਆ ਹੈ, ਭਰੋਸਾ ਮੈਂ ਕਹਿ ਰਹੀ ਹਾਂ, ਮੈਂ ਕੋਈ ਇਹ ਨਹੀਂ ਕਹਿ ਰਹੀ ਕਿ ਸਾਨੂੰ ਲਿਖਤੀ ਵਿੱਚ ਕੁਝ ਮਿਲ ਗਿਆ। ਸਾਨੂੰ ਉਹਨਾਂ ਨੇ ਫੇਰ ਇਹੀ ਭਰੋਸਾ ਦਿਵਾਇਆ ਹੈ ਜੀ ਆਉਣ ਵਾਲੇ 4 ਤੋਂ 5 ਮਹੀਨਿਆਂ ਦੇ ਵਿੱਚ ਤੁਹਾਨੂੰ ਪੱਕਾ ਕੀਤਾ ਜਾਏਗਾ। ਹੁਣ ਇਹ ਉਹਨਾਂ ਦੀ ਸੋਚ ਹੈ ਕਿ ਸਾਨੂੰ ਵਾਕਈ ਉਹ ਪੱਕਾ ਕਰਦੇ ਨੇ ਕਿ ਨਹੀਂ ਕਰਦੇ ਨੇ, ਪਰ ਇਹ ਸਾਡੇ ਲਈ ਵਾਕਈ ਬਹੁਤ ਵੱਡੀ ਗੱਲ ਹੈ ਕਿ ਸਾਨੂੰ 2 ਵਾਰੀ ਗਵਰਨਮੈਂਟ, ਅਲੱਗ-ਅਲੱਗ ਗਵਰਨਮੈਂਟਸ ਨੇ ਭੁਲੇਖੇ ਪਾਏ ਪੱਕੇ ਕਰਨ ਦੇ, ਲੇਕਿਨ ਅੱਜ ਤੱਕ ਵੀ ਸਾਨੂੰ ਉਹਨਾਂ ਨੇ ਕੱਚੇ ਸ਼ਬਦ ਦੇ ਉੱਤੇ ਆਧਾਰਿਤ ਰੱਖਿਆ ਹੋਇਆ ਹੈ। ਸਾਨੂੰ ਵੀ ਆਰ ਨਾਟ ਰੈਗੂਲਰਾਈਜ਼ਡ ਸੋ ਫਾਰ। ਉਹ ਭਗਵੰਤ ਮਾਨ ਸਾਹਿਬ ਤੇ ਕਹਿੰਦੇ ਕਿ ਆਪਾਂ ਕੱਚਾ ਸ਼ਬਦ ਹੀ ਪੰਜਾਬ 'ਚੋਂ ਹਟਾ ਦਿੱਤਾ ਕਿ ਮੁਲਾਜ਼ਮਾਂ ਨੂੰ ਤਾਂ ਸਾਰੇ ਰੈਗੂਲਰ ਕਰ ਦਿੱਤੇ ਨੇ। ਸਰ ਦੇਖੋ, ਭਗਵੰਤ ਮਾਨ ਸਾਨੂੰ ਮੈਂ ਬਹੁਤ ਰਿਸਪੈਕਟ ਕਰਦੀ ਹਾਂ, ਬਿਕੋਜ਼ ਉਹ ਬਹੁਤ ਵਧੀਆ ਕੰਮ ਕਰ ਰਹੇ ਨੇ। ਪਰ ਜਿੱਥੋਂ ਤੱਕ ਕੱਚੇ ਦਾ ਸਵਾਲ ਹੈ ਤਾਂ ਸਾਡੇ ਨਾਲ ਅੱਜ ਵੀ ਕੱਚਾ ਸ਼ਬਦ ਨਾਲ ਜੁੜਿਆ ਹੋਇਆ ਹੈ, ਜਿਹਦੀ ਹੁਣ ਸ਼ਾਇਦ ਸਾਨੂੰ ਥੋੜੀ ਜਿਹੀ ਸ਼ਰਮਿੰਦਗੀ ਵੀ ਹੋਣ ਲੱਗ ਗਈ ਹੈ ਕਿ ਇੰਨਾ ਪੜ੍ਹਨ ਲਿਖਣ ਦੇ ਬਾਵਜੂਦ, ਇੰਨੇ ਟੈਸਟ ਕਲੀਅਰ ਕਰਨ ਦੇ ਬਾਵਜੂਦ ਵੀ ਉਹ ਸ਼ਬਦ ਅੱਜ ਉੱਥੇ ਦਾ ਉੱਥੇ ਸਾਡੇ ਨਾਲ ਖਲੋਤਾ ਹੋਇਆ ਹੈ। ਸਾਡੇ ਵੱਲੋਂ ਕੱਚਾ ਸ਼ਬਦ ਅੱਜ ਵੀ ਉਵੇਂ ਹੀ ਚੱਲ ਰਿਹਾ ਹੈ, ਸਾਡੇ ਉੱਤੇ ਪੱਕੇ ਦੀ ਮੋਹਰ ਕੋਈ ਨਹੀਂ ਲੱਗੀ। ਸਾਨੂੰ ਸਿਰਫ ਭਰੋਸਾ ਕਹਿ ਲਓ, ਲਾਰਾ ਕਹਿ ਲਓ, ਸਾਨੂੰ ਸਾਡੀ ਸਮਝ ਤੋਂ ਆਪ ਬਾਹਰ ਹੈ ਵਰਡ ਕਿ ਸਾਨੂੰ ਸਿਰਫ ਲਾਰੇ ਦਿੱਤੇ ਜਾ ਰਹੇ ਹੈ ਜਾਂ ਵਾਕਈ 'ਚ ਸਾਡੇ ਨੂੰ ਪੱਕਾ ਕਰਨ ਦਾ ਕੁਝ ਪ੍ਰਬੰਧ ਕੀਤਾ ਜਾਏ। ਅੱਛਾ, ਜਿਵੇਂ ਇੱਕ ਸਕੂਲ ਦੀ ਸ਼ੁਰੂਆਤ ਹੋ ਚੁੱਕੀ ਆ, ਹੌਲੀ ਹੌਲੀ ਇੱਕ ਜ਼ਿਲ੍ਹੇ ਦੇ ਵਿੱਚ ਹੋਰ ਆ ਜਾਓ, ਫਿਰ ਕਿਸੇ ਹਲਕੇ ਦੇ ਵਿੱਚ ਆ ਜਾਓ, ਤਾਂ ਹੁਣ ਤੁਹਾਡੀ ਯੂਨੀਅਨ ਦਾ ਕੀ ਸਟੈਂਡ ਰਹੇਗਾ ਜੀ? ਸਾਡੀ ਯੂਨੀਅਨ ਦੀ ਸਭ ਤੋਂ ਵੱਡਾ ਸਟੈਂਡ ਇਹ ਹੈ ਕਿ ਆਪਾਂ ਮੈਰੀਟੋਰੀਅਸ ਸਕੂਲ ਜਿਹੜੇ ਗਰੀਬ ਬੱਚਿਆਂ ਲਈ ਖੁੱਲ੍ਹੇ ਸੀ, ਆਪਾਂ ਉਹਨਾਂ ਨੂੰ ਹਰ ਹਾਲਤ 'ਚ ਪੰਜਾਬ ਦੇ ਵਧੀਆ ਤੋਂ ਵਧੀਆ ਸਕੂਲ ਬਣਾਉਣਾ ਹੈ, ਕਿਉਂਕਿ ਇਹਨਾਂ ਸਕੂਲਾਂ ਨੂੰ ਇੰਨਾ ਇਗਨੋਰ ਕਰ ਦਿੱਤਾ ਗਿਆ ਹੈ ਕਿ ਜਿਹੜੀ ਮੈਸ ਵਿੱਚ ਪਹਿਲੇ ਡਾਈਟ 122 ਰੁਪਏ ਦੀ ਮਿਲਦੀ ਸੀ, ਉਹ ਹਾਲ ਦੀ ਗਵਰਨਮੈਂਟ ਨੇ ਚੱਕ ਕੇ 79 ਰੁਪੀਜ਼ ਔਰ 80 ਰੁਪੀਜ਼ ਦੇ ਕਰੀਬ ਕਰ ਦਿੱਤੀ ਗਈ ਹੈ। ਸਾਡੇ ਬੱਚਿਆਂ ਨੂੰ ਵੀ ਬਹੁਤਾ ਜ਼ਿਆਦਾ ਫੋਕਸ ਨਹੀਂ ਕੀਤਾ ਜਾ ਰਿਹਾ। ਹਾਂ, ਜਿੱਥੇ ਵੀ ਕੋਈ ਸਮਾਗਮ ਹੁੰਦਾ ਹੈ, ਜਿੱਥੇ ਵੀ ਕੋਈ ਪ੍ਰੋਗਰਾਮ ਹੁੰਦਾ ਹੈ, ਸਾਡੇ ਟੀਚਰ, ਸਾਡੇ ਸਟੂਡੈਂਟ ਬਤੌਰ ਉੱਥੇ ਇਨਵਾਈਟ ਕੀਤੇ ਜਾਂਦੇ ਨੇ। ਉਹ ਸ਼ਾਇਦ ਉਹਨਾਂ ਨੂੰ ਉਸ ਪ੍ਰੋਗਰਾਮ ਦਾ ਇੱਕ ਕੀ ਕਹਿੰਦੇ ਨਾ ਕਿ ਕੀ ਕਹਿੰਦੇ ਉਸ ਦੀ ਸ਼ੋਭਾ ਵਧਾਉਣ ਦੀ ਲਈ ਬਿਠਾਇਆ ਜਾਂਦਾ ਹੈ, ਸ਼ੋਪੀਸ ਦੇ ਤੌਰ ਤੇ। ਹਾਂ, ਸ਼ੋਪੀਸ ਦੇ ਤੌਰ ਤੇ ਬਿਠਾ ਜ਼ਰੂਰ ਦਿੱਤੇ ਜਾਂਦੇ ਆ, ਪਰ ਉਸ ਸਭ ਤੋਂ ਵੱਡੀ ਸਾਡੇ ਵਾਸਤੇ ਸੰਤਾਪ ਦੀ ਗੱਲ ਇਹ ਹੈ ਕਿ ਉਸ ਪ੍ਰੋਗਰਾਮ ਵਿੱਚ ਬਿਠਾ ਕੇ ਵੀ ਕਦੇ ਵੀ ਨਾ ਮੈਰੀਟੋਰੀਅਸ ਦੇ ਬੱਚਿਆਂ ਦਾ ਤੇ ਨਾ ਹੀ ਮੈਰੀਟੋਰੀਅਸ ਦੇ ਟੀਚਰਸ ਦਾ ਨਾ ਕੋਈ ਧੰਨਵਾਦ ਕੀਤਾ ਗਿਆ ਤੇ ਨਾ ਹੀ ਕੋਈ ਜ਼ਿਕਰ ਕੀਤਾ ਗਿਆ। ਹੁਣ ਤੁਸੀਂ ਗਵਰਨਮੈਂਟ ਦੀ ਇਗਨੋਰੈਂਸ ਦਾ ਹਿਸਾਬ ਲਾ ਲਓ ਕਿ ਜਿਸ ਪ੍ਰੋਗਰਾਮ 'ਚ ਉੱਥੇ ਦੇ ਟੀਚਰ ਬੈਠੇ ਹੈ, ਉਹੀ ਪ੍ਰੋਗਰਾਮ 'ਚ ਉਹਨਾਂ ਨੂੰ ਬਿਲਕੁਲ ਵੀ ਤਵੱਜੋ ਨਹੀਂ ਦਿੱਤੀ ਜਾ ਰਹੀ। ਡਾਕਟਰ ਸਾਹਿਬ, ਮੇਰਾ ਆਖਰੀ ਸਵਾਲ ਹੈ ਕਿ ਜਦੋਂ ਅੰਮ੍ਰਿਤਸਰ ਦੇ ਵਿੱਚ ਉਦਘਾਟਨ ਕੀਤਾ ਜਾ ਰਿਹਾ ਸਕੂਲ ਆਫ ਐਮੀਨੈਂਸ ਦਾ, ਤੇ ਜਿਹੜੇ ਟੀਚਰ ਹੀ ਕੁਝ ਬੇਰੁਜ਼ਗਾਰ ਜਿਨ੍ਹਾਂ ਨੂੰ ਭੈਣਾਂ ਵੀ ਬਣਾਇਆ ਗਿਆ ਹੈ, ਉਹਨਾਂ ਨੂੰ ਹਾਊਸ ਅਰੈਸਟ ਕਰ ਲਿਆ ਗਿਆ ਹੈਗਾ। ਬੀਇੰਗ ਏ ਟੀਚਰ, ਕਿਵੇਂ ਦੇਖਦੇ ਹੈਗੇ ਜੇ ਟੀਚਰਾਂ ਦੇ ਉੱਪਰ ਅਜਿਹੇ ਧੱਕੇ ਹੋ ਰਹੇ ਨੇ? ਤੇ ਕਿਸੇ ਟਾਈਮ 'ਚ ਗੁਰੂ ਨੂੰ ਭਗਵਾਨ ਦਾ ਦਰਜਾ ਦਿੱਤਾ ਜਾਂਦਾ, ਕਿਸੇ ਟਾਈਮ 'ਚ ਕਿਉਂ ਕਹਿੰਦੇ, ਮੈਂ ਕਹਿੰਦੀ ਹਾਂ ਹੁਣ ਵੀ ਕਰਦੇ ਹਾਂ। ਜਿਹੜੇ ਮੰਤਰੀ ਇੰਟਰਨੈਸ਼ਨਲ ਐਜੂਕੇਸ਼ਨ ਦੀਆਂ ਗੱਲਾਂ ਕਰਦੇ ਨੇ, ਬਿਕੋਜ਼ ਆਪਾਂ ਵੀ ਬਹੁਤ ਪੜ੍ਹ ਲਿਖ ਗਏ, ਇੰਟਰਨੈਸ਼ਨਲ ਸਟੈਂਡਰਡਸ ਆਪਾਂ ਵੀ ਦੇਖੇ ਹੈ। ਜੇ ਤੁਸੀਂ ਬਾਹਰਲੀ ਕੰਟਰੀਜ਼ ਦੇ ਇੰਟਰਨੈਸ਼ਨਲ ਸਟੈਂਡਰਡਸ, ਤੁਸੀਂ ਆਪਣੀ ਫੈਕਲਟੀ ਨੂੰ ਬਾਹਰ ਟ੍ਰੇਨਿੰਗਸ ਵਾਸਤੇ ਭੇਜਦੇ ਹੋ, ਆਪਣੇ ਪ੍ਰਿੰਸੀਪਲਸ ਨੂੰ ਟ੍ਰੇਨਿੰਗ ਵਾਸਤੇ ਦੂਜੇ ਦੇਸ਼ਾਂ 'ਚ ਭੇਜਦੇ ਹੋ ਜੀ, ਉੱਥੋਂ ਤੁਸੀਂ ਕੁਝ ਸਿੱਖ ਕੇ ਵਾਪਸ ਆਓ, ਤਾਂ ਉੱਥੇ ਇੱਕ ਗੱਲ ਬੜੀ ਵਧੀਆ ਹੈ, ਉੱਥੇ ਟੀਚਰ ਨੂੰ ਅੱਜ ਵੀ ਉਹੀ ਗੁਰੂ ਦਾ, ਉਹੀ ਭਗਵਾਨ ਦਾ ਦਰਜਾ ਦਿੱਤਾ ਜਾਂਦਾ। ਸਿਰਫ ਦਰਜਾ ਦਿੱਤਾ ਨਹੀਂ ਜਾਂਦਾ, ਮੰਨਿਆ ਜਾਂਦਾ ਹੈ।
ਉੱਥੇ ਟੀਚਰ ਦੀ ਉਹ ਅਹਿਮੀਅਤ ਹੈ ਜਿਹੜੀ ਸ਼ਾਇਦ ਅੱਜ ਵੀ ਭਾਰਤ ਦੇ ਵਿੱਚ ਜਾਂ ਕਹਿ ਲਓ ਸਾਡੇ ਪੰਜਾਬ ਵਿੱਚ ਅੱਜ ਵੀ ਨਹੀਂ ਹੈ। ਤਾਂ ਸਿਰਫ ਬਾਹਰ ਲਿਜਾ ਕੇ ਟੀਚਰਸ ਨੂੰ ਜਾਂ ਹੈਡਮਾਸਟਰਸ ਨੂੰ ਜਾਂ ਪ੍ਰਿੰਸੀਪਲਸ ਨੂੰ ਟ੍ਰੇਨਿੰਗ ਦੇਣਾ ਬਹੁਤ ਵੱਡਾ ਮੁੱਦਾ ਨਹੀਂ ਹੈ। ਜੇ ਲਿਆਉਣਾ ਤੇ ਫਿਰ ਉੱਥੋਂ ਦੇ ਥੋੜ੍ਹੇ ਜਿਹੇ ਪ੍ਰਿੰਸੀਪਲਸ ਤੇ ਮੋਰਲ ਵੈਲਿਊਜ਼ ਵੀ ਲੈ ਕੇ ਆਉਣੀਆਂ ਪੈਣੀਆਂ। ਜੇ ਉੱਥੇ ਦੇ ਟੀਚਰਸ ਨੂੰ ਇੰਨਾ ਵੱਡਾ ਸਨਮਾਨ ਦਿੱਤਾ ਜਾਂਦਾ ਹੈ, ਇੱਕ ਭਗਵਾਨ ਦਾ ਦਰਜਾ ਦਿੱਤਾ ਜਾਂਦਾ, ਤਾਂ ਭਗਵਾਨ ਦਾ ਦਰਜਾ ਇੱਥੇ ਵੀ ਦਿੱਤਾ ਜਾਣਾ ਚਾਹੀਦਾ ਹੈ। ਜੇ ਤੁਸੀਂ ਉਹਨਾਂ ਉੱਤੇ ਪਾਣੀ ਦੀ ਬੁਛਾਰਾਂ ਕਰਦੇ ਹੋ, ਡੰਡੇ ਮਾਰਦੇ ਹੋ, ਧਰਨੇ ਲਾਣੇ ਵਾਲਿਆਂ ਨੂੰ ਤੁਸੀਂ ਅਲੱਗ-ਅਲੱਗ ਤਰ੍ਹਾਂ ਨਾਲ ਪੀੜਿਤ ਕਰਦੇ ਹੋ, ਤਾਂ ਪਹਿਲੇ ਇਹ ਤਾਂ ਸੋਚ ਕੇ ਦੇਖੋ ਤੁਸੀਂ ਉਹਨਾਂ ਨੂੰ ਦਿੱਤਾ ਕੀ ਹੈ। ਡੰਡੇ ਦੇਣਾ ਤਾਂ ਨਹੀਂ, ਸਾਡੇ ਕਿਸੇ ਵੀ ਪੁਰਾਣਾ ਇਤਿਹਾਸ ਪੜ੍ਹ ਕੇ ਦੇਖ ਲਓ, ਗੁਰੂ ਨੂੰ ਤਾਂ ਦਰਜਾ ਹੀ ਬੜਾ ਵਧੀਆ ਦਿੱਤਾ ਗਿਆ ਸੀ, ਤੇ ਬਹੁਤ ਉੱਚ ਦਿੱਤਾ ਗਿਆ ਸੀ। ਫਿਰ ਇਹ ਗਵਰਨਮੈਂਟ ਉਸ ਚੀਜ਼ ਨੂੰ ਕਿਵੇਂ ਇਗਨੋਰ ਕਰ ਸਕਦੀ ਹੈ? ਟ੍ਰੇਨਿੰਗ ਤਾਂ ਸਾਡੇ ਆਪ ਦੇ ਬੰਦੇ ਬਹੁਤ ਸੋਹਣੀ ਦੇ ਸਕਦੇ ਹੈ, ਉਹ ਦਿਲਾਉਣ ਵਾਸਤੇ ਤੁਸੀਂ ਬਾਹਰਲੇ ਦੇਸ਼ਾਂ 'ਚ ਜਾਂਦੇ ਹੋ, ਫਿਰ ਉੱਥੇ ਦੀਆਂ ਓਵਲੀਆਂ ਵੈਲਿਊਜ਼ ਵੀ ਨਾਲ ਲੈ ਕੇ ਆਓ। ਕਿਵੇਂ ਉਹ ਟੀਚਰ ਦੀ ਰਿਸਪੈਕਟ ਕਰਦੇ ਨੇ, ਕਿਵੇਂ ਉਹ ਟੀਚਰਸ ਨੂੰ ਪੱਕਾ ਕਰਦੇ ਨੇ, ਕਿਵੇਂ ਉਹ ਟੀਚਰਸ ਨੂੰ ਕਿਸ ਤਰ੍ਹਾਂ ਦੀ ਫੈਸਿਲਿਟੀਜ਼ ਦਿੰਦੇ ਨੇ, ਉਸ ਉੱਤੇ ਵੀ ਕੰਮ ਕਰਨ ਦੀ ਲੋੜ ਹੈ। ਬਹੁਤ ਮਿਹਰਬਾਨੀ। ਸਾਡਾ ਬਸ ਇੱਕ ਐਂਡ 'ਚ ਇਹੀ ਰਿਕੁਐਸਟ ਕਰਾਂਗੇ, ਜੀ ਮੈਰੀਟੋਰੀਅਸ ਸਕੂਲਸ ਗਰੀਬ ਬੱਚਿਆਂ ਲਈ ਖੋਲ੍ਹੇ ਗਏ ਸੀ, ਉਹਦੇ ਟੀਚਰ ਅੱਜ ਵੀ ਆਪਣੇ ਬੱਚਿਆਂ ਦੀ ਲੜਾਈ ਲੜ ਰਹੇ ਨੇ। ਸਾਡੀ ਲੜਾਈ ਆਪਣੇ ਆਪ ਦੀ ਤਾਂ ਹੈ ਹੀ ਹੈ, ਸਾਡੀ ਹੋਂਦ ਬਚਾਉਣ ਦੀ ਲੜਾਈ ਤਾਂ ਹੈ ਹੀ ਹੈ, ਪਰ ਸਾਡੀ ਸਭ ਤੋਂ ਵੱਡੀ ਲੜਾਈ ਹੈ ਸਾਡੇ ਸਕੂਲਾਂ ਦੀ ਹੋਂਦ ਬਚਾਉਣਾ। ਬਿਕੋਜ਼ ਇਹਦੇ ਵਿੱਚ ਬਹੁਤ ਸਾਰੇ ਗਰੀਬ ਬੱਚੇ ਪੜ੍ਹਦੇ ਨੇ, ਔਰ ਉਹਨਾਂ ਨਾਲ ਆਪਾਂ ਸਿਰਫ ਆਪਾਂ ਉਹਨਾਂ ਨਾਲ ਇਮੋਸ਼ਨਲੀ ਕਹਿ ਲਓ, ਭਾਵਾਤਮਕ ਢੰਗ ਨਾਲ ਆਪਾਂ ਹਰ ਤਰੀਕੇ ਨਾਲ ਆਪਣੇ ਬੱਚਿਆਂ ਨਾਲ ਜੁੜੇ ਹੋਏ ਹਾਂ, ਔਰ ਸਾਡਾ ਪੂਰੀ ਕੋਸ਼ਿਸ਼ ਹੈ ਕਿ ਆਪਾਂ ਬੱਚਿਆਂ ਨੂੰ ਉਸ ਸਤਰ 'ਤੇ ਲੈ ਜਾਈਏ ਜਿੱਥੇ ਅੱਜ ਤੱਕ ਉਹ ਨਹੀਂ ਪਹੁੰਚ ਪਾਏ ਸੀ। ਔਰ ਉਹ ਕਰਨ 'ਚ ਇਹ ਸਾਡੇ 10 ਸਕੂਲ ਬਹੁਤ ਹੱਦ ਤੱਕ ਕਾਮਯਾਬ ਵੀ ਰਹੇ ਨੇ ਕਿ ਜਿਹੜਾ ਬੱਚਾ ਪਹਿਲੇ ਕਦੀ ਵੱਡੀ ਐਜੂਕੇਸ਼ਨ ਲੈਣ ਬਾਰੇ ਸੋਚ ਵੀ ਨਹੀਂ ਸਕਦਾ ਸੀ, ਅੱਜ ਉਹ MBBS ਦੇ ਟੈਸਟ ਕਲੀਅਰ ਕਰ ਰਿਹਾ ਹੈ, ਅੱਜ ਉਹ CA ਦੇ ਟੈਸਟ ਕਲੀਅਰ ਕਰ ਰਿਹਾ ਹੈ, ਅੱਜ ਉਹ NDA ਕਲੀਅਰ ਕਰ ਰਿਹਾ ਹੈ। ਤਾਂ ਮੇਰੀ ਪੂਰੀ ਪੰਜਾਬ ਦੀ ਜਨਤਾ ਨੂੰ ਇਹ ਹੱਥ ਜੋੜ ਕੇ ਬੇਨਤੀ ਹੈ, ਮੈਰੀਟੋਰੀਅਸ ਸਕੂਲ ਦੇ ਟੀਚਰਸ ਦਾ ਸਾਥ ਦੇਵੋ ਤਾਂ ਜੋ ਆਪਾਂ ਇਹਨਾਂ ਸਕੂਲਾਂ ਦੀ ਹੋਂਦ ਨੂੰ ਬਚਾ ਪਾਈਏ ਤੇ ਤੁਹਾਡੇ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰ ਪਾਈਏ। ਧੰਨਵਾਦ। ਜਿੱਥੋਂ ਤੱਕ ਸਕੂਲ ਆਫ ਐਮੀਨੈਂਸ ਹੈ, ਸਰਕਾਰ ਦਾ ਦਾਅਵਾ ਕਿ 117 ਅਸੀਂ ਸਕੂਲ ਖੋਲ੍ਹਣੇ, ਪਰ ਨਾਲ ਵੱਡਾ ਇਹ ਵੀ ਸਵਾਲ ਹੈ ਕਿ ਜਿਹੜਾ ਮੈਰੀਟੋਰੀਅਸ ਸਕੂਲ ਚੱਲ ਰਹੇ ਨੇ, ਜਿੱਥੇ ਬਹੁਤ ਹੀ ਕਾਬਲ ਟੀਚਰ ਨੇ ਤੇ ਕਾਬਲ ਵਿਦਿਆਰਥੀ ਨੇ, ਕੀ ਉਹਨਾਂ ਨੂੰ ਇਗਨੋਰ ਕਰਕੇ ਸਕੂਲ ਆਫ ਐਮੀਨੈਂਸ ਖੋਲ੍ਹੇ ਜਾਣਗੇ, ਜਾਂ ਇਹ ਬੜਾ ਵੱਡਾ ਸਵਾਲ ਆ। ਦੇਖਦੇ ਹਾਂ ਕਿ ਸਰਕਾਰ ਇਸ ਮੁੱਦੇ ਵੱਲ ਧਿਆਨ ਦਿੰਦੀ ਕਿ ਨਹੀਂ ਦਿੰਦੀ, ਪਰ ਸਰਕਾਰੀ ਐਜੂਕੇਸ਼ਨ ਵੱਲ ਸਰਕਾਰ ਦਾ ਧਿਆਨ ਦੇਣਾ ਮੁੱਢਲਾ ਫਰਜ਼ ਵੀ ਆ। ਫਿਲਹਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ। ਧੰਨਵਾਦ।